ਤੁਸੀਂ ਤਨਖਾਹ ਚੰਗੀ ਭਲੀ ਲੈਂਦੇ ਸੀ ਹੈ ਨਾ ਇੱਕ ਅੱਛੇ ਆਰਗੇਨਾਈਜੇਸ਼ਨ ਨਾਲ ਤੁਸੀਂ ਜੁੜੇ ਹੋਏ ਸੀ। ਸਭ ਤੋਂ ਪਹਿਲਾਂ ਤਾਂ ਮਨ 'ਚ ਇਹ ਖਿਆਲ ਹੀ ਕਿਉਂ ਆਉਂਦਾ ਹੈ ਵੀ ਫਿਰ ਤੋਂ ਖੇਤੀ ਕਰਨੀ ਹੈ ਜਾਂ ਖੇਤੀ ਵਾਲੇ ਕੰਮ ਦੇ ਵਿੱਚ ਪੈਣਾ ਹੈ। ਦੇਖੋ ਜੌਬ ਦਾ ਇਹ ਹੁੰਦਾ ਨਾ ਵੀ ਆਏ ਮਹੀਨਾ ਖਤਮ ਹੋਇਆ 1 ਤਰੀਕ ਹੋਈ 5 ਤਰੀਕ ਤੱਕ ਵੀ ਖਾਤੇ ਪੈਸੇ 'ਚ ਆ ਜਾਣੇ ਆ, ਪਰ ਇੱਕ ਪੱਲਿਓਂ ਲਾ ਕੇ ਇਨਵੈਸਟਮੈਂਟ ਕਰਨਾ ਇਹ ਬਹੁਤ ਵੱਡਾ ਟਾਸਕ ਹੈ। ਇਹਦੇ ਲਈ ਰੈਡੀ ਸੀ ਤੁਸੀਂ? ਤੁਸੀਂ ਰਿਸਕ ਲੈਣਾ ਜ਼ਰੂਰੀ ਹੈ। ਸੈਟੀਸਫੈਕਸ਼ਨ ਜਿਹੜੀ ਹੈਗੀ ਆ ਉਹ ਪੂਰੀ ਨਹੀਂ ਹੋ ਸਕਦੀ ਤਨਖਾਹ ਨਾਲ। ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੀ ਕਿ ਕਿੱਥੇ ਤੂੰ ਏਸੀ ਦਾ ਕੰਮ ਛੱਡ ਕੇ ਇਹ ਗੋਹੇ ਦੇ ਵੱਲ ਵੱਧ ਗਿਆ। ਅੱਜ ਤੁਹਾਨੂੰ ਆਪਣੇ ਆਪ ਤੇ ਤਾਂ ਮਾਣ ਹੋਊਗਾ, ਡੈਫੀਨੇਟਲੀ ਮਹਿਸੂਸ ਹੋ ਰਿਹਾ ਹੋਣਾ ਵੀ 20,000 ਤੋਂ ਕਿਤੇ 10 ਗੁਣਾ ਇਨਕਮ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਜੀ ਪੰਜਾਬ 7 ਨਿਊਜ਼। ਸਾਰੇ ਕਹਿੰਦੇ ਨੇ ਵੀ ਨੌਜਵਾਨ ਪੀੜ੍ਹੀ ਜਿਹੜੀ ਉਹ ਵਿਦੇਸ਼ ਵੱਲ ਨੂੰ ਬਹੁਤ ਰੁਝਾਨ ਕਰ ਰਹੀ ਹੈ, ਪਰ ਉੱਥੇ ਕੀ ਐਸੇ ਨੌਜਵਾਨ ਵੀ ਨੇ ਜਿਹੜੇ ਸੋਚ ਥੋੜੀ ਵੱਖਰੀ ਰੱਖਦੇ ਆ, ਜਿਹੜੇ ਇੱਥੇ ਚੰਗੀ ਭਲੀ ਇਨਕਮ ਦਾ ਸੋਰਸ ਸੀ ਉਸ ਦੇ ਬਾਵਜੂਦ ਵੀ ਜਿਹੜੀ ਆਪਣੀ ਖੇਤੀ ਦਾ ਕੀਤਾ ਉਸ ਤੋਂ ਪਿੱਛੇ ਨਹੀਂ ਹਟਦੇ ਪਏ। ਕੁਝ ਵੱਖਰਾ ਕੁਝ ਨਵੇਕਲਾ ਲੋਕਾਂ ਦੇ ਸਾਹਮਣੇ ਲੈ ਕੇ ਪੇਸ਼ ਹੋਏ ਆ। ਮੈਂ ਗੱਲ ਕਰ ਰਹੀ ਹਾਂ ਅੱਜ ਧਰਮਵੀਰ ਲਾਡੀ ਬਾਈ ਦੀ। ਉਹਨਾਂ ਦੇ ਅੱਜ ਮੈਂ ਘਰ ਦੇ ਵਿੱਚ ਪਹੁੰਚੀ ਹਾਂ। ਬੜਾ ਡਿਫਰੈਂਟ ਕਨਸੈਪਟ ਹੈ, ਬਹੁਤ ਇੰਟਰਸਟਿੰਗ ਸਟੋਰੀ ਉਹਨਾਂ ਦੀ ਰਹਿਣ ਵਾਲੀ ਹੈ। ਤੁਸੀਂ ਇਹ ਵੀਡੀਓ ਨੂੰ ਪ੍ਰੋਪਰ ਐਂਡ ਤੱਕ ਜ਼ਰੂਰ ਦੇਖਿਓ ਔਰ ਇਹ ਤੁਹਾਡੇ ਕੰਮ ਜ਼ਰੂਰ ਆਏਗੀ, ਕਿਉਂਕਿ ਕੇਚੂਏ ਗੰਡੋਏ ਤੁਸੀਂ ਸੁਣੇ ਹੋਣਗੇ। ਉਹਨਾਂ ਦਾ ਖੇਤਾਂ 'ਚ ਅਸੀਂ ਕਿਵੇਂ ਯੂਜ਼ ਕਰ ਸਕਦੇ, ਕਿੱਦਾਂ ਅਸੀਂ ਘਰੇ ਉਹਨਾਂ ਦੇ ਨਾਲ ਆਰਗੈਨਿਕ ਖਾਦ ਬਣਾ ਸਕਦੇ ਹਾਂ, ਇਸ ਦੇ ਬਾਬਤ ਮੇਰੀ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਬਾਈ ਦੇ ਨਾਲ ਰਹਿਣ ਵਾਲੀ ਹੈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਜੀ, ਤੁਹਾਡੇ ਆਪਣੇ ਕੁਦਰਤ ਆਰਗੈਨਿਕ ਫਾਰਮ ਤੇ ਜੀ। ਠੀਕ ਠਾਕ ਹੋ ਤੁਸੀਂ? ਹਾਂਜੀ ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਨਾ ਲੋਕੇਸ਼ਨ ਕੁਦਰਤ ਆਰਗੈਨਿਕ ਫਾਰਮ ਦੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ। ਜੀ ਮੇਰੀ ਇਹ ਲੋਕੇਸ਼ਨ ਜੀ ਮੋਹਾਲੀ, ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਸਥਿਤ ਹੈ ਜੀ, ਜਿੱਥੇ ਖਰੜ ਵੀ ਕਿਹਾ ਜਾਂਦਾ ਜੀ ਇਸ ਨੂੰ ਜੀ। ਸੋ ਖਰੜ ਦੇ ਵਿੱਚ ਇਹ ਲੋਕੇਸ਼ਨ ਹੈਗੀ ਹੈ, ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਔਰ ਇਹਨਾਂ ਦਾ ਜਿਹੜਾ YouTube ਪੇਜ ਹੈ ਉਹਦੇ ਉੱਪਰ ਵੀ ਜਾ ਸਕਦੇ ਹੋ। ਇਹ ਜਿਹੜੀ ਇੰਟਰਵਿਊ ਹੈ ਇਸ ਦਾ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਤੁਸੀਂ ਤਨਖਾਹ ਚੰਗੀ ਭਲੀ ਲੈਂਦੇ ਸੀ ਹੈ ਨਾ, ਇੱਕ ਅੱਛੇ ਆਰਗੇਨਾਈਜੇਸ਼ਨ ਨਾਲ ਤੁਸੀਂ ਜੁੜੇ ਹੋਏ ਸੀ। ਸਭ ਤੋਂ ਪਹਿਲਾਂ ਤਾਂ ਮਨ 'ਚ ਇਹ ਖਿਆਲ ਹੀ ਕਿਉਂ ਆਉਂਦਾ ਹੈ ਵੀ ਫਿਰ ਤੋਂ ਖੇਤੀ ਕਰਨੀ ਹੈ ਜਾਂ ਖੇਤੀ ਵਾਲੇ ਕੰਮ ਦੇ ਵਿੱਚ ਪੈਣਾ? ਦੇਖੋ ਜੀ, ਜੌਬ ਮੈਂ ਕਰਦਾ ਸੀ, ਮੈਂ 15 ਸਾਲ ਜੌਬ ਕੀਤੀ ਹੈ ਜੀ। ਇਸ ਤੋਂ ਪਹਿਲਾਂ ਏਸੀ 'ਚ ਬੈਠ ਕੇ ਲੈਪਟਾਪ ਤੇ ਜੌਬ ਸੀ, ਕਿਉਂਕਿ ਮੇਰਾ ਮੈਨੇਜਰ ਲੈਵਲ ਦਾ ਵਰਕ ਸੀ। ਤੇ ਬਟ ਕਿਤੇ ਹੁੰਦਾ ਹੈ ਕਿ ਥੋੜ੍ਹਾ ਜਿਹੀ ਇੱਕ ਕਹਿਣ ਦਾ ਮਤਲਬ ਤੁਹਾਡੇ ਮਾਈਂਡ 'ਚ ਇੱਕ ਗੱਲ ਹੁੰਦੀ ਹੈ ਕਿ ਤੁਸੀਂ ਕਮੀ ਰਹਿ ਜਾਂਦੀ ਹੈ ਜੀ ਫਾਈਨੈਂਸ਼ੀਅਲੀ ਮੰਨ ਲਿਓ, ਚਾਹੇ ਤੁਸੀਂ ਆਪਣੀ ਮਾਈਂਡਲੀ ਉਸ ਕਮੀ ਨੂੰ ਪੂਰਾ ਕਰਨ ਵਾਸਤੇ ਕਿਸੇ ਹੋਰ ਯਾਨੀ ਕਿ ਤੁਹਾਡਾ ਇੱਕ ਰਾਹ ਕੁਝ ਹੋਰ ਟਾਰਗੇਟ ਜਿਹੜਾ ਤੁਸੀਂ ਤੁਹਾਡੇ ਮਨ 'ਚ ਹੁੰਦਾ ਹੈ ਜੀ ਕਿ ਆਪਾਂ ਕਿਸੇ ਲੈਵਲ ਤੇ ਜਾਈਏ, ਤੇ ਉਹ ਤੁਸੀਂ ਜੌਬ 'ਚ ਕਦੇ ਨਹੀਂ ਪਾ ਸਕਦੇ ਜੀ। ਜੀ ਪਰ ਦੇਖੋ ਜੌਬ ਦਾ ਇਹ ਹੁੰਦਾ ਨਾ ਵੀ ਆਏ ਮਹੀਨਾ ਖਤਮ ਹੋਇਆ 1 ਤਰੀਕ ਹੋਈ 5 ਤਰੀਕ ਤੱਕ ਵੀ ਖਾਤੇ ਪੈਸੇ 'ਚ ਆ ਜਾਣੇ ਆ, ਪਰ ਇੱਕ ਪੱਲਿਓਂ ਲਾ ਕੇ ਇਨਵੈਸਟਮੈਂਟ ਕਰਨਾ ਇਹ ਬਹੁਤ ਵੱਡਾ ਟਾਸਕ ਹੈ। ਇਹਦੇ ਲਈ ਰੈਡੀ ਸੀ ਤੁਸੀਂ? ਦੇਖੋ ਜੀ, ਕਹਿੰਦੇ ਨੇ ਵੀ ਰਿਸਕ ਹਰੇਕ ਚੀਜ਼ 'ਚ ਹੁੰਦਾ ਹੈ ਜੀ। ਤੁਹਾਨੂੰ ਉਸ ਦੇ ਵੱਲ ਜਾਣਾ ਚਾਹੀਦਾ। ਜੇ ਤੁਸੀਂ ਕਦਮ ਵਧਾਓਗੇ ਤਾਂ ਹੀ ਤੁਸੀਂ ਦੂਜੇ ਪਾਸੇ ਯਾਨੀ ਕਿ ਚਾਨਣ ਵੱਲ ਵਧੋਗੇ ਜੀ। ਜੇ ਮਿਹਨਤ ਕਰੋਗੇ ਤੇ ਉਹ ਜ਼ਰੂਰੀ ਹੈ ਤੁਹਾਡੇ ਮਨ 'ਚ ਉਹ ਗੱਲਾਂ ਹੋਣੀਆਂ ਕਿ ਤੁਸੀਂ ਇੱਕ ਯਾਨੀ ਕਿ ਟਾਰਗੇਟ ਨੂੰ ਪਾਉਣਾ ਹੈ, ਤੇ ਫਿਰ ਪਿੱਛੇ ਦੇਖਣ ਦੀ ਲੋੜ ਨਹੀਂ ਹੈ ਜੀ। ਤੁਸੀਂ ਰਿਸਕ ਲੈਣਾ ਜ਼ਰੂਰੀ ਹੈ ਜੀ। ਜ਼ਰੂਰੀ ਹੈ ਰਿਸਕ ਲੈਣਾ। ਚੰਗੀ ਭਲੀ ਤਨਖਾਹ ਆਉਂਦੀ ਸਰਦਾ ਨਹੀਂ ਸੀਗਾ ਵੀ ਚੰਗੀ ਭਲੀ ਤਨਖਾਹ ਨਹੀਂ ਲੈਣੀ। ਤਨਖਾਹ 'ਚ ਇੱਕ ਤਾਂ ਕਈ ਇੰਟਰਵਿਊ 'ਚ ਵੀ ਮੈਂ ਪਹਿਲਾਂ ਕਿਹਾ ਕਿ ਜਿਹੜੀ ਤਨਖਾਹ ਹੁੰਦੀ ਜੀ ਤਨਖਾਹ ਹੁੰਦੀ ਹੈ, ਤੁਹਾਡੇ ਤਨ ਨੂੰ ਖਾਂਦੀ ਹੈ। ਤੇ ਇਹ 'ਚ ਨਾ ਤਾਂ ਤੁਸੀਂ ਇੱਕ ਲਿਮਿਟੇਸ਼ਨ ਹੁੰਦੀ ਹੈ ਜੀ, ਫਾਈਨੈਂਸ਼ੀਅਲੀ ਲਿਮਿਟੇਸ਼ਨ ਹੁੰਦੀ ਹੈ, ਉਸ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ ਹੋ, ਜਿਸ ਦੇ ਨਾਲ ਤੁਹਾਡੇ ਮਨ ਜਾਂ ਦਿਮਾਗ ਦੀ ਸੈਟੀਸਫੈਕਸ਼ਨ ਜਿਹੜੀ ਹੈਗੀ ਹੈ ਉਹ ਪੂਰੀ ਨਹੀਂ ਹੋ ਸਕਦੀ ਜੀ ਤਨਖਾਹ ਤੋਂ, ਹੈ ਨਾ ਜੀ। ਬਟ ਜੇ ਤੁਸੀਂ ਉਸ ਤੋਂ ਹਟ ਕੇ ਕੁਝ ਕਰਦੇ ਹੋ, ਦੇਖੋ ਇੱਕ ਤਾਂ ਤੁਹਾਡਾ ਜਿਹੜਾ ਬਰਡਨ ਹੈ ਦਿਮਾਗ ਤੇ ਉਹ ਹਟ ਜਾਏਗਾ ਜੀ। ਠੀਕ ਹੈ ਜੀ। ਬਾਕੀ ਤੁਸੀਂ ਇਸ ਦੇਖੋ, ਜੇ ਤੁਸੀਂ ਕੰਮ ਕਰੋਗੇ ਜਾਂ ਤਨਖਾਹ ਲਓਗੇ ਉਹਦੀ ਇੱਕ ਲਿਮਿਟੇਸ਼ਨ ਰਹਿ ਜੂਗੀ ਜੀ। ਤੁਸੀਂ 5 ਸਾਲਾਂ 'ਚ ਕਿੱਥੇ ਪਹੁੰਚੋਗੇ, 10 ਸਾਲਾਂ ਦੇ ਵਿੱਚ ਕਿੱਥੇ ਪਹੁੰਚੋਗੇ। ਬਟ ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਜੀ,
ਤੇ ਉਹ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੇ ਤੱਕ ਜਾ ਸਕਦੇ ਹੋ ਜੀ। ਮਤਲਬ ਜਿਹੜੇ ਲੋਕ ਆਪਣੇ ਰੁਜ਼ਗਾਰ ਤੋਂ ਜਾਂ ਆਪਣੀ ਜੌਬ ਤੋਂ ਪਰੇਸ਼ਾਨ ਨੇ, ਮਾਯੂਸ ਨੇ, ਜੀ, ਜੀ। ਤੇ ਉਹ ਆਪਣਾ ਬਿਜ਼ਨਸ ਵਧੀਆ ਤਰੀਕੇ ਨਾਲ ਕਰ ਸਕਦੇ ਆ। ਬਿਲਕੁਲ ਜੀ। ਬਿਜ਼ਨਸ ਤੁਹਾਡਾ ਬਹੁਤ ਸੋਹਣਾ ਹੈ, ਜੋ ਤੁਸੀਂ ਵਪਾਰ ਕਰ ਰਹੇ ਹੋ ਬਹੁਤ ਵਧੀਆ। ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ। ਸ਼ੁਰੂਆਤ ਕਿੱਥੋਂ ਹੁੰਦੀ ਹੈ, ਮਨ 'ਚ ਖਿਆਲ ਕਿੱਥੋਂ ਆਉਂਦਾ ਹੈ ਹਾਂਜੀ। ਕਿ ਯਾਰ ਇਹ ਕੰਮ ਕਰ ਲੈਣਾ ਚਾਹੀਦਾ, ਬੈਨੀਫਿਟ ਮਿਲ ਸਕਦਾ। ਦੇਖੋ ਜੀ, ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੈਂ 15 ਸਾਲ ਜੌਬ ਕੀਤੀ ਹੈ ਜੀ, ਏਸੀ 'ਚ ਬੈਠ ਕੇ ਜੌਬ ਕੀਤੀ ਹੈ। ਕਈ ਹਰਡਲਸ ਆਉਂਦੇ ਨੇ, ਪ੍ਰੋਬਲਮਸ ਆਉਂਦੀਆਂ ਨੇ, ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੀ ਕਿ ਕਿੱਥੇ ਤੂੰ ਏਸੀ ਦਾ ਕੰਮ ਛੱਡ ਕੇ ਇਹ ਗੋਹੇ ਦੇ ਵੱਲ ਵੱਧ ਗਿਆ, ਹੈ ਨਾ ਜੀ। ਬਟ ਮੈਨੂੰ ਗੋਹੇ ਦੇ ਵਿੱਚ ਕਾਲਾ ਸੋਨਾ ਦਿਖਦਾ ਸੀ। ਖਾਦ ਨੂੰ ਅਸੀਂ ਬਲੈਕ 골ਡ ਕਹਿੰਦੇ ਨੇ ਜੀ। ਉਹ ਬਲੈਕ 골ਡ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਕਿ ਕਿਵੇਂ ਆਪਾਂ ਉਸ ਤੋਂ ਅਰਨਿੰਗ ਵਧੀਆ ਕਰ ਸਕਦੇ ਹਾਂ। ਇਸ ਤੇ ਜਾਣ ਦਾ ਮੇਰਾ ਕਾਰਨ ਇਹ ਸੀ ਕਿ ਜਿੱਥੇ ਮੈਂ ਜੌਬ ਕਰਦਾ ਸੀ ਉਹ ਮੈਨੂੰ ਉੱਥੇ ਪਾਰਟ ਟਾਈਮ ਜੌਬ ਦਾ ਆਫਰ ਦੇ ਰਹੇ ਸੀ ਜੀ। ਜਦੋਂ ਕਿ ਖਰਚੇ ਇੰਨੇ ਨੇ ਸ਼ਹਿਰ 'ਚ ਰਹਿ ਕੇ ਤੁਸੀਂ ਪੂਰੇ ਨਹੀਂ ਕਰ ਸਕਦੇ ਤੇ ਪਾਰਟ ਟਾਈਮ 'ਚ ਗੁਜ਼ਾਰਾ ਤੁਹਾਡਾ ਨਹੀਂ ਹੈ ਜੀ। ਤੇ ਮੈਂ ਫਿਰ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਕੀਤਾ ਜਾਏ ਜਿਹਦੇ ਨਾਲ ਮੈਂ ਆਪਣੀ ਲਾਈਫ ਨੂੰ ਤੇ ਫੈਮਿਲੀ ਨੂੰ ਸਰਵਾਈਵ ਕਰ ਪਾਵਾਂ। ਤੇ ਮੈਂ ਵੀ ਪਹਿਲਾਂ ਜਿਵੇਂ YouTube ਤੇ ਆਪਾਂ ਸਰਚ ਕਰਦੇ ਨੇ ਜੀ, ਉੱਦਾਂ ਕਈ ਫਾਰਮਾਂ ਨੂੰ ਸਰਚ ਕੀਤਾ, ਕਈ ਜੌਬਾਂ ਨੂੰ ਸਰਚ ਕੀਤਾ। ਪਰ ਦੇਖੋ 15 ਸਾਲ ਮੈਂ ਜੌਬ ਕੀਤੀ ਹੈ ਜੀ ਤੇ ਮੈਂ ਮਾਈਂਡਲੀ ਸੈਟੀਸਫੈਕਸ਼ਨ ਮੇਰੇ 'ਚ ਨਹੀਂ ਸੀ ਤੇ ਮੈਂ ਹੁਣ ਕੁਝ ਕਰਨਾ ਚਾਹੁੰਦਾ ਸੀ ਕਿ ਡਿਫਰੈਂਟ ਕੀਤਾ ਜਾਏ। ਆਪਣੇ ਆਪ ਤੇ ਇੱਕ ਸਵਾਲੀਆ ਨਿਸ਼ਾਨ ਸੀਗਾ। ਸ਼ੀਸ਼ੇ ਅੱਗੇ ਖੜ ਕੇ ਮੈਂ ਇਹੀ ਪੁੱਛਿਆ ਕਿ ਤੂੰ ਕੀ ਕੀਤਾ 15 ਸਾਲਾਂ 'ਚ। ਠੀਕ ਹੈ ਜੀ। ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਫਿਰ ਮੈਂ ਸੋਚਿਆ ਕਿ ਹੁਣ ਜੌਬ ਨਹੀਂ ਕਰਨੀ, ਕਿਸੇ ਬਿਜ਼ਨਸ ਵੱਲ ਜਾਵਾਂਗਾ। ਕਿਉਂਕਿ ਬਿਜ਼ਨਸ ਦਾ ਇਹ ਹੈ ਕਿ 2 ਤੋਂ 3 ਸਾਲ ਜੇ ਮੈਂ ਮਿਹਨਤ ਕਰਾਂਗਾ ਤਾਂ ਉਹ ਰਿਜ਼ਲਟ ਦਊਗੀ, ਹੈ ਨਾ ਜੀ। ਜੌਬ 'ਚ ਕੀ ਹੈ ਕਿ ਤੁਹਾਡੀ ਜਿਹੜੀ ਫਾਈਨੈਂਸ਼ੀਅਲੀ ਗੇਨ ਹੈ ਉਹ ਇੱਕ ਲਿਮਿਟਡ ਹੈ ਨਾ ਜੀ। ਸਪੋਜ਼ ਟੂ ਵੀ ਮੇਰੀ 30,000 ਰੁਪਏ ਸੈਲਰੀ ਸੀ, ਮੈਂ 10 ਸਾਲਾਂ 'ਚ ਕਿੱਥੇ ਪਹੁੰਚ ਜਾਂਦਾ 40,000 ਤੱਕ, ਹੈ ਨਾ ਜੀ। ਵੱਧ ਤੋਂ ਵੱਧ 50,000। ਬਟ ਉੱਥੇ ਕੀ ਹੈ ਕਿ ਜਦੋਂ ਆਪਾਂ ਜੌਬ ਕਰਦੇ ਹਾਂ, ਜੇ 50,000 ਮੈਨੂੰ ਦੇਣ ਤੋਂ ਪਹਿਲਾਂ ਬੌਸ ਇਹ ਸੋਚੇਗਾ ਕਿ ਆਪਾਂ ਇਹਦੀ ਜਗ੍ਹਾ 15,000 ਵਾਲੇ ਨਵੇਂ ਫਰੈਸ਼ਰ ਰੱਖ ਲਈਏ, ਹੈ ਨਾ ਜੀ। ਇਸ ਤੋਂ ਹੀ ਸਿਖਾ ਲਾਂਗੇ ਉਸ ਨੂੰ, ਠੀਕ ਹੈ ਜੀ। ਤੇ ਕਹਿਣ ਦਾ ਮਤਲਬ ਉਹ 'ਚ ਇੱਕ ਗਰੋਥ ਓਨੀ ਨਹੀਂ ਹੈ। ਬਿਜ਼ਨਸ 'ਚ ਤੁਸੀਂ ਗਰੋਥ ਆਪਣੀ ਮਿਹਨਤ ਸਦਕਾ ਕਿਤੇ ਵੀ ਜਾ ਸਕਦੇ ਹੋ ਜੀ। ਬਿਜ਼ਨਸ ਸ਼ਬਦ ਆਉਂਦਿਆਂ ਹੀ ਨਾ ਮਨ 'ਚ ਇੱਕ ਸਵਾਲ ਜਾਂ ਨਿਸ਼ਾਨ ਖੜਾ ਹੋ ਜਾਂਦਾ ਹੈ, ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ ਬਿਜ਼ਨਸ ਇੱਕ ਲੌਂਗ ਟਰਮ ਇਨਵੈਸਟਮੈਂਟ ਵੀ ਮੰਗ ਸਕਦਾ ਹੈ। ਪੈਸਾ ਇਨਵੈਸਟ ਕਰਨਾ ਪਏਗਾ, ਸਮਾਂ ਇਨਵੈਸਟ ਕਰਨਾ ਪਏਗਾ। ਬਿਲਕੁਲ ਜੀ। ਦੇਖੋ ਜੀ, ਜਿਹੜਾ ਇਹ ਬਿਜ਼ਨਸ ਨੇ ਜੀ ਵਰਮੀ ਕੰਪੋਸਟ ਦਾ, ਬੜੇ ਹੀ ਛੋਟੇ ਲੈਵਲ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ, ਬੜੇ ਹੀ ਘੱਟ ਫਾਈਨਾਂਸ ਤੋਂ ਸ਼ੁਰੂ ਕਰ ਸਕਦੇ ਹੋ। ਇਹ 'ਚ ਕੋਈ ਐਡਾ ਵੱਡਾ ਇਨਫਰਾਸਟ੍ਰਕਚਰ ਨਹੀਂ ਹੈ ਕਿ ਜਿੱਤੇ ਤੁਹਾਨੂੰ ਪੈਸਾ ਲਾਣਾ ਪਏ ਨਾ। ਬੜੇ ਛੋਟੇ ਲੈਵਲ ਤੋਂ, ਯਾਨੀ ਕਿ ਤੁਸੀਂ ਜ਼ੀਰੋ ਬਜਟ ਤੋਂ ਸ਼ੁਰੂ ਕਰ ਸਕਦੇ ਹੋ। ਤੁਸੀਂ ਕਿੰਨੇ ਤੋਂ ਸ਼ੁਰੂਆਤ ਕੀਤੀ ਸੀ? ਦੇਖੋ ਮੈਂ 20,000 ਤੋਂ ਸ਼ੁਰੂਆਤ ਕੀਤੀ ਸੀ। ਜੀ ਜੀ। ਤੇ ਅੱਜ ਤੁਹਾਨੂੰ ਆਪਣੇ ਆਪ ਤੇ ਤਾਂ ਮਾਣ ਹੋਊਗਾ, ਡੈਫੀਨੇਟਲੀ ਮਹਿਸੂਸ ਹੋ ਰਿਹਾ ਹੋਣਾ ਵੀ 20,000 ਤੋਂ ਕਿਤੇ 10 ਗੁਣਾ ਇਨਕਮ ਵਧੀ ਹੋਈ ਹੈ। ਦੇਖੋ ਜੀ, ਜਿਵੇਂ ਮੇਰੀ 30,000 ਰੁਪਏ ਸੈਲਰੀ ਸੀ ਤੇ ਮੈਂ ਅੱਜ ਕਹਿ ਸਕਦਾ ਕਿ 3 ਗੁਣਾ ਇਨਕਮ ਹੈਗੀ ਹੈ ਮੈਨੂੰ ਉਸ ਤੋਂ। ਅੱਛਾ, ਤੁਸੀਂ ਕਮਾ ਰਹੇ ਹੋ। ਜੀ ਜੀ, ਬਿਲਕੁਲ। ਅੱਛਾ, ਇਹ ਸ਼ੁਰੂਆਤ ਹੋ ਗਈ, ਤੁਸੀਂ ਮਨ 'ਚ ਇਹ ਖਿਆਲ ਕਿਉਂ ਆਇਆ ਕਿ ਆਪਸ਼ਨਸ ਹੋਰ ਵੀ ਦੇਖੇ ਹੋਣਗੇ ਨਾ ਤੁਸੀਂ, ਹੋਰ ਕਿਹੜੇ ਆਪਸ਼ਨਸ ਸੋਚੇ ਸੀ? ਦੇਖੋ ਜੀ, ਜਿਹੜਾ ਇਹ ਕੰਮ ਮੈਂ ਸ਼ੁਰੂ ਕਰਨਾ ਸੀ, ਸਭ ਤੋਂ ਪਹਿਲਾ ਆਪਸ਼ਨ ਮੈਂ ਗੋਟ ਫਾਰਮਿੰਗ ਦਾ ਸ਼ੁਰੂ ਕਰਨਾ ਸੀ। ਉਸ ਦੀ ਹੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਕੁਰਾਲੀ ਤੋਂ ਮੈਂ ਲੈਣ ਗਿਆ ਜੀ, ਜੋ ਕਿ ਪੰਜਾਬ 'ਚ ਹੀ ਸਥਿਤ ਹੈ ਜੀ। ਤੇ ਕ੍ਰਿਸ਼ੀ ਵਿਗਿਆਨ ਕੇਂਦਰ 'ਚ ਜਦੋਂ ਗੋਟ ਫਾਰਮਿੰਗ 7 ਦਿਨਾਂ ਦੀ ਟ੍ਰੇਨਿੰਗ ਸੀ ਜੀ ਉਹ, ਤੇ ਮੈਂ ਕਿਹਾ ਚਲੋ ਹੁਣ ਵਿਹਲੇ ਤਾਂ ਹੈ ਹੀ ਹੈ, ਟ੍ਰੇਨਿੰਗ ਹੀ ਲੈ ਲਈਏ ਕਿਸੇ ਕੰਮ ਦੀ। ਤੇ ਚਲੋ ਮੈਂ ਗੋਟ ਫਾਰਮਿੰਗ ਟ੍ਰੇਨਿੰਗ ਸ਼ੁਰੂ ਕੀਤੀ। ਉਸ ਦੇ ਵਿੱਚ ਹੀ ਡਾਕਟਰ ਸ਼ਸ਼ੀਪਾਲ ਜੀ ਨੇ ਜੀ, ਜੋ ਕਿ ਬਹੁਤ ਹੀ ਚੰਗੇ ਪ੍ਰੋਫੈਸਰ ਨੇ ਜੀ, ਡਾਕਟਰੇਟ ਨੇ ਇਸ ਫੀਲਡ 'ਚ। ਉਹਨਾਂ ਤੋਂ ਸਲਾਹ ਲਿੱਤੀ ਮੈਂ ਜੀ ਕਿ ਮੇਰੇ ਕੋਲ ਫਾਈਨੈਂਸ਼ੀਅਲੀ ਇੰਨਾ ਪੈਸਾ ਨਹੀਂ ਹੈ ਕਿ ਮੈਂ ਕੋਈ ਵੱਡਾ ਕੰਮ ਸ਼ੁਰੂ ਕਰਾਂ, ਕਿਉਂਕਿ ਗੋਟ ਫਾਰਮਿੰਗ ਸ਼ੁਰੂ ਕਰਨ ਵਾਸਤੇ 20 ਤੋਂ 25 ਲੱਖ ਰੁਪਏ ਬਜਟ ਸੀ ਜੀ। ਠੀਕ ਹੈ ਜੀ। ਤੇ ਬਟ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਸਭ ਤੋਂ ਲੋ ਬਜਟ ਕੰਮ ਕਿਹੜਾ ਹੈ ਜੀ ਜੋ ਮੈਂ ਸ਼ੁਰੂਆਤ ਕਰ ਸਕਾਂ, ਕਿਉਂਕਿ ਮੇਰੀ ਹੁਣ ਜੌਬ ਵੀ ਇਦਾਂ ਦੀ ਹੈ, ਪਾਰਟ ਟਾਈਮ ਹੈ। ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਵਰਮੀ ਕੰਪੋਸਟ ਵੱਲ ਜਾਓ, ਬੜਾ ਲੋ ਬਜਟ ਕੰਮ ਹੈ। ਉਹਨਾਂ ਨੇ ਮੈਨੂੰ ਵਿਜ਼ਿਟ ਕਰਾਇਆ 1-2 ਫਾਰਮ। ਬਟ ਕਹਿੰਦੇ ਨੇ ਕਿ ਜਦੋਂ ਕਿਸੇ ਕੋਲ ਜਾਈਏ ਟ੍ਰੇਨਿੰਗ ਲੈਣ, ਟ੍ਰੇਨਿੰਗ ਵਾਲੇ ਸਰਕਾਰੀ ਉਹਨਾਂ ਦੀ ਤਾਂ ਜੌਬ ਹੈ, ਉਹਨਾਂ ਨੇ ਦੇਣੀ ਹੈ। ਬਟ ਜਦੋਂ ਤੁਸੀਂ ਪ੍ਰਾਈਵੇਟ ਕਿਸੇ ਦਾ ਯੂਨਿਟ ਵਿਜ਼ਿਟ ਕਰਦੇ ਹੋ, ਉਹ ਪੂਰੀ ਜਾਣਕਾਰੀ ਨਹੀਂ ਦਿੰਦਾ ਤੁਹਾਨੂੰ, ਨਹੀਂ ਦਿੰਦਾ। ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਹਾਈਡ ਰੱਖੀ ਜਾਂਦੀ ਹੈ ਬਿਲਕੁਲ। ਤੇ ਮੈਨੂੰ ਉੱਥੇ ਕੁਝ ਮਿਲਿਆ ਨਹੀਂ ਜੀ। ਫਿਰ ਮੈਂ YouTube ਤੇ ਹੀ ਹੋਰ ਥੋੜੀ ਜੀ ਕਿਤਾਬਾਂ ਪੜ੍ਹੀਆਂ, ਕੁਝ ਜਾਣਕਾਰੀ ਲਿਟਰੇਚਰ ਪੜ੍ਹਿਆ ਇਸ ਵਾਰ ਵਰਮੀ ਕੰਪੋਸਟ ਬਿਜ਼ਨਸ ਤੇ, ਹੈ ਨਾ ਜੀ। YouTube ਤੇ ਵੀ ਕਾਫੀ ਵੀਡੀਓਜ਼ ਨੇ, ਉਹ ਦੇਖੀਆਂ। ਤੇ ਫਿਰ ਮੈਂ ਸੋਚ ਲਿਆ ਕਿ ਇਸੇ ਕੰਮ ਵੱਲ ਜਾਣਾ ਚਾਹੀਦਾ। ਇੱਕ ਤਾਂ ਇਹ 'ਚ ਫਾਈਨੈਂਸ਼ੀਅਲੀ ਜਿਹੜਾ ਬਜਟ ਸੀ ਉਹ ਬੜਾ ਘੱਟ ਸੀ, ਤੇ ਦੂਜਾ ਜੀ ਇੱਕ ਕੁਦਰਤ ਨਾਲ ਜੁੜਿਆ ਹੋਇਆ ਕੰਮ ਸੀ, ਜਿਹਦੇ ਨਾਲ ਤੁਹਾਨੂੰ ਫਾਈਨੈਂਸ਼ੀਅਲੀ ਦੇ ਨਾਲ ਹਾਂ ਬਿਲਕੁਲ ਹਰਿਆਈ ਲੱਗਦੀ ਹੈ, ਤੇ ਤੁਹਾਡੇ ਦਿਮਾਗੀ ਤੌਰ ਤੇ ਵੀ ਸਕੂਨ ਦੇਣ ਵਾਲਾ ਕੰਮ ਹੈ ਜੀ। ਜਦੋਂ ਤੁਸੀਂ ਚੂਜ਼ ਕਰ ਲਿਆ ਵੀ ਹੁਣ ਮੈਂ ਚੁਣਨੇ ਨੇ, ਇਹ ਗੰਡੋਏ ਲੱਭਣੇ ਨੇ, ਤਾਂ ਉਹ ਕੁਐਸਚਨ ਕਿੱਥੋਂ ਆਇਆ ਵੀ ਹੁਣ ਇਹ ਗੰਡੋਏ ਲੱਭੇ ਕਿੱਥੋਂ ਜਾਣਗੇ? ਇਹ ਵੀ ਕਿਤੋਂ ਸਟੱਡੀ ਕੀਤੀ? ਜੀ ਦੇਖੋ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਚੁਣਿਆ ਸੀ ਕਿ ਇਸ ਨੂੰ ਬਣਾਉਣ ਲਈ ਕਿਹੜੇ ਕਿਸਮ ਦਾ ਗੰਡੋਆ ਚਾਹੀਦਾ,
ਤੇ ਇਹਦੇ ਵਾਸਤੇ ਦਰਸ਼ਕਾਂ ਨੂੰ ਮੈਂ ਦੱਸਦਾ ਕਿ ਸਭ ਤੋਂ ਬੈਸਟ ਜਿਹੜੀ ਬਰੀਡ ਹੈ ਜੀ ਉਹ ਐਸੀਨੀਆ ਫੈਟੀਡਾ ਹੈ, ਜਿਹਦਾ ਇੰਗਲਿਸ਼ ਨਾਂ ਹੈ ਜੀ। ਤੇ ਵੈਸੇ ਇਹਨੂੰ ਰੈੱਡ ਵਾਰਮ ਜਾਂ ਆਸਟ੍ਰੇਲੀਅਨ ਕੇਂਚੂਏ ਕਹਿ ਦਿੰਦੇ ਨੇ ਜੀ। ਇਹ ਇੰਡੀਅਨਸ ਨਹੀਂ ਹੁੰਦੇ, ਇਹ ਆਸਟ੍ਰੇਲੀਆ ਦੇ ਕੇਂਚੂਏ ਨੇ ਜੀ। ਤੁਸੀਂ ਆਸਟ੍ਰੇਲੀਆ ਤੋਂ ਸਿੱਧਾ ਇੰਪੋਰਟ ਐਕਸਪੋਰਟ ਕਰਦੇ? ਬਿਲਕੁਲ ਬਿਲਕੁਲ, ਇਹ ਆਸਟ੍ਰੇਲੀਅਨ ਗੰਡੋਏ ਨੇ। ਇੱਕ ਵਾਰ ਲੈਣੇ ਪੈਂਦੇ ਨੇ ਜੀ, ਬਾਅਦ ਚ ਮਲਟੀਪਲਾਈ ਹੋ ਕੇ ਵੱਧਦੇ ਰਹਿੰਦੇ ਨੇ ਜੀ। ਹਾਂਜੀ, ਤਾਂ ਇੱਕ ਵਾਰੀ ਤੁਸੀਂ 20,000 ਤੋਂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਅੱਜ ਤੁਹਾਡਾ ਕਰੀਬਨ 4-5 ਗੁਣਾ ਤੁਹਾਨੂੰ ਆਊਟਪੁੱਟ ਆਉਣੀ ਸ਼ੁਰੂ ਹੋ ਗਈ ਹੈ। ਵੱਧਦਾ ਕਿਵੇਂ ਹੈ ਗੰਡੋਇਆਂ ਚੋਂ ਖਾਦ ਕਿਵੇਂ ਨਿਕਲਦੀ ਹੈ, ਉਹ ਥੋੜਾ ਜਿਹਾ ਪ੍ਰੋਸੈਸ ਸਮਝਣਾ ਚਾਹੂੰਗੀ। ਜੀ ਜ਼ਰੂਰ ਜੀ, ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ। ਸਭ ਤੋਂ ਪਹਿਲਾਂ ਸਾਨੂੰ ਜ਼ਮੀਨ ਦਾ ਚੁਣਾਵ ਕਰਨਾ ਚਾਹੀਦਾ, ਜਿਹੜੀ ਜ਼ਮੀਨ ਜਿੱਥੇ ਪਾਣੀ ਨਾ ਖੜਦਾ ਹੋਵੇ, ਠੀਕ ਹੈ ਜੀ। ਟਰਾਂਸਪੋਰਟੇਸ਼ਨ ਦੀ ਸੁਵਿਧਾ ਹੋਣੀ ਚਾਹੀਦੀ ਹੈ ਉੱਥੇ, ਬਿਜਲੀ ਦੀ ਸੁਵਿਧਾ ਹੋਣੀ ਚਾਹੀਦੀ ਹੈ, ਪਾਣੀ ਦੀ ਸੁਵਿਧਾ ਹੋ ਜਾਣੀ। ਇਹ 3 ਬੇਸਿਕ ਚੀਜ਼ਾਂ ਉਸ ਫਾਰਮ ਨੂੰ ਚਾਹੀਦੀਆਂ ਨੇ ਜੀ, ਠੀਕ ਹੈ ਜੀ। ਕਿਉਂਕਿ ਟਰਾਂਸਪੋਰਟੇਸ਼ਨ ਟਰਾਲੀਆਂ ਵਗੈਰਾ ਆਉਂਦੀਆਂ ਨੇ, ਉਹ ਪਾਣੀ ਆਪਾਂ ਨੂੰ ਇਹਨਾਂ ਨੂੰ ਪਾਣੀ ਲਾਣਾ ਪੈਂਦਾ ਜੀ ਬੈੱਡਾਂ ਨੂੰ, ਹੈ ਨਾ ਜੀ। ਤੇ ਬਿਜਲੀ ਦੀ ਤਾਂ ਲੋੜ ਹੈ, ਪੈਕਿੰਗ ਵਗੈਰਾ ਹੁੰਦੀ ਹੈ ਜੀ, ਠੀਕ ਹੈ ਜੀ। ਮੇਨਟੇਨ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਲੋੜ ਹੈ ਜੀ ਇਹਨਾਂ ਦੀ। ਬੈੱਡ ਦਾ ਤੁਸੀਂ ਜ਼ਿਕਰ ਕੀਤਾ, ਬੈੱਡ ਮੈਂ ਸਾਈਜ਼ ਦੱਸਦਾ ਜੀ। ਜਦੋਂ ਅਸੀਂ ਬੈੱਡ ਬਣਾਉਂਦੇ ਦਾ ਸਟੈਂਡਰਡ ਸਾਈਜ਼ 30 ਫੁੱਟ ਬਾਈ 4 ਫੁੱਟ ਬਾਈ 2, ਯਾਨੀ ਕਿ 30 ਫੁੱਟ ਲੰਬਾ ਜੀ, 4 ਫੁੱਟ ਚੌੜਾ ਤੇ 1.5 ਤੋਂ 2 ਫੁੱਟ ਉੱਚਾ ਅਸੀਂ ਗੋਬਰ ਪਾਉਣਾ ਹੈ ਉਹਦੇ 'ਚ, ਠੀਕ ਹੈ ਜੀ। ਉਸ ਦੇ ਹਿਸਾਬ ਨਾਲ ਹੀ ਗੰਡੋਏ, ਜਿਵੇਂ 30 ਫੁੱਟ ਦਾ ਬੈੱਡ ਹੈ ਤਾਂ 30 ਕਿਲੋ ਗੰਡੋਏ ਲੱਗਣਗੇ। ਇਟ ਮੀਨਸ 1 ਫਿੱਟ 'ਚ 1 ਕਿਲੋ ਗੰਡੋਆ ਪੈਂਦਾ ਜੀ, ਜੋ ਕਿ ਇਸ ਗੋਬਰ ਨੂੰ ਖਾ ਕੇ 2 ਮਹੀਨੇ ਵਿੱਚ ਕੰਪੋਸਟ ਵਿੱਚ ਬਦਲ ਦਿੰਦਾ ਹੈ ਜੀ, ਆਰਗੈਨਿਕ ਕੰਪੋਸਟ ਵਿੱਚ। ਤੇ ਉਹ ਅੱਛੀ ਇੱਕ ਵੈਲਿਊਏਬਲ ਜਿਹੜੀ ਖਾਦ ਆ ਉਹ ਬਣ ਜਾਂਦੀ ਹੈ। ਇਹ ਖਾਦ ਦਾ ਯੂਜ਼ ਕਿੱਥੇ ਹੁੰਦਾ? ਦੇਖੋ ਜੀ, ਹਰੇਕ ਚੀਜ਼ 'ਚ ਤੁਸੀਂ ਇਹਨੂੰ ਪਾ ਸਕਦੇ ਹੋ, ਕਿਉਂਕਿ ਆਰਗੈਨਿਕ ਖਾਦ ਹੈ ਜੀ। ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੁਹਾਡੀਆਂ ਫਸਲਾਂ ਨੂੰ। ਈਵਨ ਬਿਮਾਰੀਆਂ ਤੇ ਪ੍ਰੋਡਕਸ਼ਨ ਨੂੰ ਵਧਾਉਂਦੀ ਹੈ, ਬਿਮਾਰੀਆਂ ਨੂੰ ਘਟਾਉਂਦੀ ਹੈ ਇਹ, ਤੇ ਪ੍ਰੋਡਕਸ਼ਨ ਨੂੰ ਵਧਾਉਂਦੀ ਹੈ ਜੀ। ਅੱਛਾ, ਇਹ ਵੱਖਰਾ ਕਿਵੇਂ ਕਰਦੇ ਹੋ ਕਿ ਗੰਡੋਏ ਵੀ ਬਾਅਦ ਵਿੱਚ ਖਾਦ ਦੇ ਨਾਲ ਹੀ ਜਾਂਦੇ ਨੇ ਜ਼ਮੀਨ? ਦੇਖੋ ਜੀ, ਗੰਡੋਏ ਦਾ ਕੀ ਹੁੰਦਾ ਹੈ ਕਿ ਜਦੋਂ ਖਾਦ 2 ਮਹੀਨੇ ਬਾਅਦ ਬਣ ਜਾਂਦੀ ਹੈ ਜੀ, ਤੇ ਅਸੀਂ ਕੀ ਕਰਦੇ ਹਾਂ ਜੀ, ਪਾਣੀ ਦੇਣਾ ਬੰਦ ਕਰ ਦਿੰਦੇ ਨੇ ਜੀ। ਕਿਉਂਕਿ ਗੰਡੋਆ 90% ਪਾਣੀ ਦਾ ਬਣਿਆ ਹੋਇਆ ਜੀ, ਉਹਨੂੰ ਪਾਣੀ ਦੀ ਲੋੜ ਹੁੰਦੀ ਜੀਣ ਵਾਸਤੇ। ਤੇ ਅਸੀਂ ਕੀ ਕਰਦੇ ਹਾਂ, ਪਾਣੀ ਬੰਦ ਕਰ ਦਿੰਦੇ। ਜਿਵੇਂ ਜਿਵੇਂ ਉੱਤੋਂ ਸੁੱਕਦੀ ਰਹਿੰਦੀ ਹੈ ਖਾਦ ਜੀ, ਗੰਡੋਆ ਪਾਣੀ ਦੀ ਤਲਾਸ਼ 'ਚ ਨੀਚੇ ਚਲਾ ਜਾਂਦਾ ਹੈ ਜੀ, ਤੇ ਉੱਤੋਂ ਅਸੀਂ ਉਹਨੂੰ ਇਕੱਠਾ ਕਰ ਲੈਂਦੇ। ਹਾਂਜੀ, ਤੇ ਐਂਡ 'ਚ ਨੀਚੇ ਗੰਡੋਆ ਰਹਿ ਜਾਂਦਾ ਜੀ। ਜਦੋਂ ਸਾਰੀ ਖਾਦ ਉਤਰ ਜਾਂਦੀ ਹੈ ਤੇ ਫਿਰ ਅਸੀਂ ਨਵਾਂ ਬੈੱਡ ਪ੍ਰਪੇਅਰ ਕਰ ਦਿੰਦੇ ਹਾਂ ਦੁਬਾਰਾ ਗੋਬਰ ਪਾ ਕੇ ਜੀ। ਤੇ ਇਹਨਾਂ ਦਾ ਕੋਈ ਸੀਜ਼ਨ ਵੀ ਹੁੰਦਾ ਹੈ ਕਿ ਇਸ ਸੀਜ਼ਨ 'ਚ ਗੰਡੋਏ ਵਧਣੇ ਨੇ, ਇਸ ਸੀਜ਼ਨ 'ਚ ਖਾਦ ਜ਼ਿਆਦਾ ਹੋਏਗੀ? ਦੇਖੋ ਜੀ, ਹੁੰਦਾ ਕੀ ਹੈ ਕਿ ਜਿਹੜਾ ਗੰਡੋਆ ਗਰਮੀਆਂ 'ਚ ਖਾਦ ਨੂੰ ਜ਼ਿਆਦਾ ਪ੍ਰੋਡਿਊਸ ਕਰਦਾ ਹੈ, ਕਿਉਂਕਿ ਪਾਣੀ, ਜਿੰਨਾ ਪਾਣੀ ਉਹਨੇ ਪੀਣਾ ਹੈ ਜੀ, ਓਨੀ ਛੇਤੀ ਉਹ ਖਾਊਗਾ ਤੇ ਉਹ ਖਾਦ ਬਣਾਊਗਾ ਉਨੀ ਜਲਦੀ। ਸਰਦੀਆਂ 'ਚ ਉਲਟਾ ਹੁੰਦਾ ਜੀ, ਕਿਉਂਕਿ ਠੰਡ ਹੁੰਦੀ ਹੈ, ਗਰਮੀ ਘੱਟ ਹੁੰਦੀ ਹੈ ਤੇ ਥੋੜੇ ਜਿਹੇ ਸਲੋ ਹੋ ਜਾਂਦੇ ਨੇ। ਬਟ ਉਹਦਾ ਸਾਨੂੰ ਇੱਕ ਹੋਰ ਫਾਇਦਾ ਹੋ ਜਾਂਦਾ ਕਿ ਇਹ ਉਸ ਸੀਜ਼ਨ ਦੇ ਵਿੱਚ ਆਪਣੀ ਆਪ ਨੂੰ ਮਲਟੀਪਲਾਈ ਕਰ ਲੈਂਦੇ ਨੇ ਜੀ ਗੰਡੋਏ, 2 ਤੋਂ 3 ਗੁਣਾ ਹੋ ਜਾਂਦੇ ਨੇ ਜੀ। ਤੇ ਉਹ ਵੀ ਸਾਡੇ ਵਾਸਤੇ ਫਾਇਦਾ ਹੀ ਹੈ, ਕਿਉਂਕਿ ਬਾਅਦ 'ਚ ਸਾਨੂੰ ਗੰਡੋਏ ਖਰੀਦਣ ਦੀ ਲੋੜ ਨਹੀਂ ਪੈਂਦੀ। 300 ਰੁਪਏ ਕਿਲੋ ਗੰਡੋਏ ਹੁੰਦੇ ਨੇ ਜੀ, ਮਹਿੰਗੀ ਆਈਟਮ ਹੈ। ਇੱਕ 30 ਫੁੱਟ ਦੇ ਬੈੱਡ 'ਚ 9,000 ਦੇ ਗੰਡੋਏ ਪੈ ਜਾਂਦੇ ਨੇ ਜੀ। ਜੇ 10 ਬੈੱਡ ਬਣਾਉਣੇ ਤਾਂ 90,000 ਦੇ ਗੰਡੋਏ ਹੀ ਪੈਂਦੇ ਨੇ ਜੀ। ਤੇ ਉਹ ਸਾਡੇ ਜਦੋਂ ਅਸੀਂ ਉਹ ਮਲਟੀਪਲਾਈ ਹੋ ਜਾਣਗੇ ਤਾਂ ਸਾਡੇ ਬੈੱਡ ਵੀ ਮਲਟੀਪਲਾਈ ਹੋ ਜਾਣਗੇ ਜੀ। ਖਾਦ ਬਣ ਗਈ ਹੈ, ਉਸ ਤੋਂ ਬਾਅਦ ਖਾਦ ਨੂੰ ਬਾਅਦ 'ਚ ਵੀ ਕਿਸੇ ਤਰੀਕੇ ਦੀ ਕੋਈ ਰਸਾਇਣ ਕਿਰਿਆ ਦਿੱਤੀ ਜਾਂਦੀ ਹੈ ਉਹਨੂੰ ਸਟੋਰ ਕਰਨ ਦੇ ਲਈ, ਤਾਂ ਕਿ ਖਰਾਬ ਨਾ ਹੋਵੇ, ਜਾਂ ਇਹਦਾ ਵੀ ਕੁਝ ਇੱਕ ਵੈਲਿਊਏਬਲ ਟਾਈਮ ਹੈ ਕਿ ਇੰਨੇ ਟਾਈਮ ਤੱਕ ਇਹ ਖਾਦ ਯੂਜ਼ ਹੋਏਗੀ? ਦੇਖੋ ਜੀ, ਜੇ ਤੁਸੀਂ ਖਾਦ ਨੂੰ ਛਾਣ ਕੇ, ਵੈਸੇ ਤਾਂ ਅੱਜ ਕੱਲ੍ਹ ਇੰਨੀ ਡਿਮਾਂਡ ਹੈ ਕਿ ਤੁਹਾਡੇ ਕੋਲ ਬਚਦੀ ਨਹੀਂ ਹੈ, ਰੱਖਣ ਨੂੰ ਟਾਈਮ ਹੀ ਨਹੀਂ ਚਾਹੀਦਾ ਤੁਹਾਨੂੰ। ਇਸ ਤੋਂ ਇਲਾਵਾ ਇਹ ਹੈ ਕਿ ਜੇ ਤੁਸੀਂ ਇਹਨੂੰ ਸਟੋਰ ਕਰਨਾ ਵੀ ਹੈ ਤਾਂ ਤੁਸੀਂ ਇਹਨੂੰ ਛਾਂ ਵਾਲੀ ਥਾਂ ਤੇ 2 ਸਾਲ ਤੱਕ ਸਟੋਰ ਕਰ ਸਕਦੇ ਹੋ। ਤੇ ਕਿਸੇ ਵੀ ਤਰੀਕੇ ਦਾ ਕੋਈ ਕੀਟਨਾਸ਼ਕ ਪਾਉਣ ਦੀ ਜ਼ਰੂਰਤ ਨਹੀਂ ਜੀ, ਕਿਉਂਕਿ ਆਰਗੈਨਿਕ ਹੈ, ਅਸੀਂ ਆਰਗੈਨਿਕ ਵੱਲ ਜਾਣਾ ਹੈ ਤੇ ਇਸ ਵਿੱਚ ਕੋਈ ਵੀ ਕੈਮੀਕਲ ਰਿਐਕਸ਼ਨ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਜੀ। ਇਹ ਬੇਸਿਕਲੀ ਇਹ 'ਚ ਵਰਮਿੰਗ ਕੰਪੋਸਟ 'ਚ ਬੈਕਟੀਰੀਆ ਐਕਟਿਵ ਰਹਿਣਾ ਚਾਹੀਦਾ। ਅਸੀਂ ਜਦੋਂ ਇਹਨੂੰ ਛਾਣ ਕੇ ਰੱਖਦੇ ਹਾਂ ਤੇ 15 ਤੋਂ 20% ਨਮੀ ਹੁੰਦੀ ਹੈ ਜੀ ਇਹ 'ਚ, ਉਹ ਨਮੀ ਮੇਨਟੇਨ ਕਰਨੀ ਜ਼ਰੂਰੀ ਹੈ। ਜੇ ਤੁਸੀਂ ਕਿਸੇ ਕਮਰੇ 'ਚ ਇਹਨੂੰ ਰੱਖਦੇ ਵੀ ਹੋ ਤਾਂ 15-20 ਦਿਨ ਬਾਅਦ ਹਲਕਾ ਜਿਹਾ ਪਾਣੀ ਦਾ ਸਪਰੇਅ ਕਰ ਦਿਓ, ਬੈਕਟੀਰੀਆ ਐਕਟਿਵ ਰਹੇ। ਬੈਕਟੀਰੀਆ ਐਕਟਿਵ ਤਾਂ ਰਹੇਗਾ ਜੇ ਪਾਣੀ 'ਚ ਨਮੀ ਰਹੇਗੀ ਜੀ। ਅੱਛਾ, ਬੈਕਟੀਰੀਆ ਐਕਟਿਵ ਜੇ ਪਾਣੀ 'ਚ ਰਹੇਗੀ ਤਾਂ ਬੈਕਟੀਰੀਆ ਫਿਰ ਐਕਟਿਵ ਰਹੇਗਾ, ਔਰ ਇਸ ਨੂੰ ਤੁਸੀਂ 2 ਸਾਲ ਤੱਕ ਯੂਜ਼ ਕਰ ਸਕਦੇ ਹੋ। ਕਿੰਨੇ ਲੋਕਾਂ ਦਾ ਸਟਾਫ ਹੈ ਤੁਹਾਡੇ ਕੋਲ? ਕਾਫੀ ਜਿਹੜੀ ਭਰਕਮ ਹੈਗੇ ਉਹਨੇ ਲੋਕ ਹੋਣੇ ਜ਼ਰੂਰੀ ਨੇ? ਦੇਖੋ ਜੀ, ਜੇ ਤੁਹਾਡਾ ਛੋਟਾ ਵਰਮੀ ਕੰਪੋਸਟ ਯੂਨਿਟ ਹੈ 20 ਤੋਂ 50 ਬੈੱਡਾਂ ਦਾ, ਤੁਹਾਨੂੰ ਲੇਬਰ ਰੱਖਣ ਦੀ ਲੋੜ ਨਹੀਂ ਹੈ ਜੀ। ਤੁਸੀਂ ਆਪ ਵੀ ਕਰ ਸਕਦੇ ਹੋ, ਕਿਉਂਕਿ 2 ਮਹੀਨੇ ਸਾਨੂੰ ਪਾਣੀ ਹੀ ਦੇਣਾ ਹੁੰਦਾ ਤੇ ਸਿਰਫ ਪਾਣੀ ਦੇਣ ਦਾ ਹੀ ਕੰਮ ਹੁੰਦਾ ਜੀ। ਉਹ ਤੁਸੀਂ ਅੱਧਾ ਘੰਟਾ ਲਾ ਕੇ ਉਸ ਨੂੰ ਕਰ ਸਕਦੇ ਹੋ। ਲੇਬਰ ਤੁਸੀਂ, ਮੈਂ ਜਿਹੜਾ ਸੁਜੈਸ਼ਨ ਦਵਾਂਗਾ ਕਿ ਲੇਬਰ ਤੁਸੀਂ ਕਿਹੜੀ ਰੱਖਣੀ ਹੈ ਜੀ, ਤੁਸੀਂ ਕੀ ਕਰ ਸਕਦੇ ਹੋ ਕਿ ਜਦੋਂ ਬੈੱਡ ਬਣਾਉਣੇ ਹੈ ਜੀ
ਡੇਲੀ ਬੇਸ ਤੇ ਲੇਬਰ ਲਿਆਓ। ਓਕੇ ਹਾਂਜੀ ਠੀਕ ਹੈ। ਹਨਾ ਜੀ, ਕਿਉਂਕਿ ਲੇਬਰ ਦੀ 2 ਤੋਂ 3 ਵਾਰੀ ਲੋਡ ਪੈਂਦੀ ਹੈ। ਇੱਕ ਵਾਰ ਜਦੋਂ ਬੈੱਡ ਪ੍ਰਪੇਅਰ ਕਰਨੇ ਹੈ ਜੀ, ਉਸ ਤੋਂ ਬਾਅਦ ਇੱਕ ਵਾਰ ਪਲਟੀ ਦੇਣੀ ਹੁੰਦੀ ਹੈ ਜੀ ਇਹਨੂੰ 1 ਮਹੀਨੇ ਬਾਅਦ। ਠੀਕ ਹੈ ਜੀ, ਉਦੋਂ ਲੋਡ ਪੈਂਦੀ ਹੈ 2-4 ਬੰਦਿਆਂ ਦੀ, ਤੇ ਉਦੋਂ ਜਦੋਂ ਖਾਦ ਉਤਾਰੀ ਦੀ ਹੈ ਉਦੋਂ ਲੋਡ ਪੈਂਦੀ ਹੈ ਜੀ। ਯਾਨੀ ਕਿ ਉਸ ਟਾਈਮ ਤੁਹਾਨੂੰ ਲੇਬਰ ਦੀ ਲੋੜ ਹੈ, ਕੋਈ ਪਰਮਾਨੈਂਟ ਲੇਬਰ ਰੱਖਣ ਦੀ ਲੋੜ ਨਹੀਂ ਹੈ। 1-2 ਬੰਦੇ ਜਿਹੜੇ ਉੱਥੇ ਦੇ ਯਾਨੀ ਕਿ ਕੇਅਰ ਟੇਕਰ ਕਰਨ, ਉਹ ਰੱਖ ਸਕਦੇ ਹੋ ਤੁਸੀਂ। ਓਕੇ, ਤੁਸੀਂ ਜਿਹੜਾ ਗੋਹੇ ਦਾ ਯੂਜ਼ ਕਰਦੇ ਹੋ ਨਾ, ਤੇ ਉਹ ਕਿਵੇਂ ਗੋਹਾ ਤੁਸੀਂ ਉਹ ਵੀ ਇੰਪੋਰਟ ਕਰਦੇ ਹੋ? ਦੇਖੋ ਜੀ, ਅਸੀਂ ਗਊਸ਼ਾਲਾ ਤੋਂ ਗੋਬਰ ਇਹ ਲੈ ਕੇ ਆਉਂਦੇ ਹਾਂ, ਕਿਉਂਕਿ ਉੱਥੇ ਨੀਚੇ ਗਊਸ਼ਾਲਾ ਪੱਕੀਆਂ ਹੁੰਦੀਆਂ ਨੇ ਜੀ, ਇਸ ਕਰਕੇ ਗੋਬਰ ਸਾਫ਼ ਸੁਥਰਾ ਹੁੰਦਾ, ਉਹ 'ਚ ਮਿੱਟੀ ਕੂੜਾ ਕਰਕਟ ਨਹੀਂ ਹੁੰਦਾ, ਇਸ ਕਰਕੇ ਅਸੀਂ ਉੱਥੋਂ ਹੀ ਪਰਚੇਜ਼ ਕਰਦੇ ਹਾਂ ਜੀ। ਓਕੇ, ਹੁਣ ਗੋਹੇ 'ਚ ਵੀ ਕੋਈ ਕੁਆਲਿਟੀ ਦਾ ਫਰਕ ਤਾਂ ਨਹੀਂ ਹੁੰਦਾ ਹੈਗਾ? ਕੁਆਲਿਟੀ ਦਾ ਫਰਕ ਵੀ ਮੈਂ ਦੱਸਦਾ ਜੀ। ਦੇਖੋ ਜੀ, ਕਈ ਗਾਵਾਂ ਦੇ ਗੋਬਰ ਦਾ ਬਣਾਉਂਦੇ ਨੇ ਜੀ ਵਰਮੀ ਕੰਪੋਸਟ, ਕਈ ਮੈਸਾਂ ਦਾ, ਜਦੋਂ ਕਿ ਗਾਵਾਂ ਦੇ ਗੋਬਰ ਨੂੰ ਜ਼ਿਆਦਾ ਨਿਊਟ੍ਰੀਸ਼ਨਫੁਲ ਮੰਨਿਆ ਜਾਂਦਾ ਜੀ, ਕਿਉਂਕਿ ਉਸ 'ਚ ਕੁਆਲਿਟੀ ਥੋੜੀ ਵਧੀਆ ਆਉਂਦੀ ਹੈ ਜੀ। ਹਾਂਜੀ, ਦੇਖੋ ਗੋਬਰ ਦੇ ਵਿੱਚ ਵੀ ਜਿਹੜੇ ਗੁਣ ਹੈਗੇ ਆ ਉਹ ਤੁਸੀਂ ਸੁਣ ਸਕਦੇ ਹੋ ਕਿ ਗਾਂ ਦਾ ਜਿਹੜਾ ਗੋਹਾ ਹੈ, ਗਾਂ ਦਾ ਦੁੱਧ ਤੇ ਪੌਸ਼ਟਿਕ ਹੁੰਦਾ ਹੀ ਹੈ, ਗਾਂ ਦਾ ਗੋਹਾ ਵੀ ਵਧੀਆ ਹੁੰਦਾ। ਹਾਂਜੀ, ਤੇ ਉਹ ਕਿਉਂਕਿ ਉਸ 'ਚ ਲੋਕਾਂ ਦੀ ਧਾਰਨਾ ਹੈ ਕਿ ਉਸਦੇ ਗੋਬਰ, ਧਾਰਨਾ ਵੀ ਹੈ ਤੇ ਉਹ 'ਚ ਹੁੰਦੇ ਵੀ ਨੇ ਜੀ ਕੁਝ ਜ਼ਿਆਦਾ ਹੀ ਤੱਤ ਹੁੰਦੇ ਨੇ ਜੋ ਸਾਡੇ ਖੇਤਾਂ ਤੇ ਪੌਦਿਆਂ ਲਈ ਅੱਛੇ ਹੁੰਦੇ ਨੇ। ਬਹੁਤ ਲੋਕ ਇਨਸਪਾਇਰ ਹੋ ਰਹੇ ਨੇ ਤੁਹਾਨੂੰ, ਸੋਸ਼ਲ ਮੀਡੀਆ ਤੇ ਬੜੇ ਮਸ਼ਹੂਰ ਹੋ ਤੁਸੀਂ। ਹਾਂਜੀ, ਇਹ ਸਾਰੀ ਰੱਬ ਦੀ ਕਿਰਪਾ ਹੈ ਜੀ, ਤੇ ਮਿਹਨਤ ਸਦਕਾ ਹੀ ਹੈ ਜੀ, ਤੇ ਵੰਡਦੇ ਆ ਜੀ ਜੋ ਸਾਨੂੰ ਜਾਣਕਾਰੀ ਰੱਬ ਨੇ ਦਿੱਤੀ ਹੋਈ ਹੈ ਜਾਂ ਬਖਸ਼ੀ ਹੈ ਜੀ, ਅਸੀਂ ਉਸ ਨੂੰ ਵੰਡਣ 'ਚ ਵਿਸ਼ਵਾਸ ਰੱਖਦੇ ਹਾਂ। ਤੇ ਸਾਡੇ ਤੋਂ ਕਦੇ ਵੀ ਆ ਕੇ ਤੁਸੀਂ ਟ੍ਰੇਨਿੰਗ ਫ੍ਰੀ ਲੈ ਸਕਦੇ ਹੋ ਜੀ। ਅੱਛਾ, ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ ਫ੍ਰੀ ਆਫ ਕੋਸਟ? ਉਹ ਟ੍ਰੇਨਿੰਗ ਜਿਹੜੀ ਹੈ ਕਿਵੇਂ ਤੁਹਾਡੇ ਤੋਂ ਲੈ ਸਕਦੇ ਹੋ, ਉਸ ਦੇ ਬਾਰੇ ਜ਼ਰੂਰ। ਦੇਖੋ ਜੀ, ਸਾਡਾ ਯੂਨਿਟ ਮੋਹਾਲੀ ਤੁਸੀਂ ਕਦੇ ਵੀ ਵਿਜ਼ਿਟ ਕਰ ਸਕਦੇ ਹੋ ਮੇਰੇ ਤੋਂ ਪੀਰੀਅਡ ਨੋਟਿਸ ਦੇ ਕੇ। 1 ਦਿਨ ਪਹਿਲਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਉਣਾ ਹੈ, ਤੇ ਸਾਡੇ ਯੂਨਿਟ ਤੇ ਫ੍ਰੀ ਆਫ ਕਾਸਟ ਹੈ ਜੀ, ਕੋਈ ਟ੍ਰੇਨਿੰਗ ਦਾ ਪੈਸਾ ਨਹੀਂ ਲਿਆ ਜਾਂਦਾ। ਜੇਕਰ ਤੁਸੀਂ ਸਾਡੇ ਤੋਂ ਸਰਟੀਫਿਕੇਟ ਲੈਂਦੇ ਹੋ ਤਾਂ ਨੋਮੀਨਲ ਜੀ ਫੀਸ ਹੈ ਜੀ ਇੱਕ, ਉਹ ਜੇ ਤੁਸੀਂ ਸਰਟੀਫਿਕੇਟ ਨਹੀਂ ਲੈਂਦੇ ਤਾਂ ਤੁਸੀਂ ਫ੍ਰੀ ਆਫ ਕਾਸਟ ਸਾਡੇ ਤੋਂ ਲੈ ਸਕਦੇ ਹੋ। ਆਲ ਇੰਡੀਆ 'ਚ ਤਕਰੀਬਨ 1000 ਤੋਂ ਵੱਧ ਲੋਕ ਮੇਰੇ ਤੋਂ ਟ੍ਰੇਨਿੰਗ ਲੈ ਚੁੱਕੇ ਨੇ, ਤੇ 600 ਵਰਮੀ ਕੰਪੋਸਟ ਅਸੀਂ ਐਸਟੈਬਲਿਸ਼ ਕਰਾ ਚੁੱਕੇ ਹਾਂ। ਲੋਕੀ ਕਨੈਕਟ ਕਿਵੇਂ ਹੁੰਦੇ ਨੇ ਤੁਹਾਡੇ ਨਾਲ? ਸਿਰਫ ਸੋਸ਼ਲ ਮੀਡੀਆ ਰਾਹੀਂ ਜਾਂ ਵੈਸੇ ਵੀ ਕੋਈ ਹੋਰ ਕੁਝ ਇੰਸਟੀਚਿਊਟ ਵੀ ਨਾਲ ਜੁੜੇ ਨੇ? ਹਾਂਜੀ, ਇੰਸਟੀਚਿਊਟ ਮੇਰੇ ਨਾਲ ਜਿਵੇਂ ਰਿਆਤ-ਏ ਨਵਾਰਾ, ਡਾਲਫਿਨ ਕਾਲਜ ਜੁੜਿਆ ਹੋਇਆ ਹੈ ਜੀ, ਮਾਤਾ ਗੁਜਰੀ ਕਾਲਜ ਜੁੜਿਆ ਹੋਇਆ ਜੀ, ਐਦਾਂ ਹੀ 3-4 ਕਾਲਜ ਤੇ NGO ਜੁੜੇ ਹੋਏ ਨੇ। ਮਾਨਵ ਵਿਕਾਸ ਸੰਸਥਾ ਹੈ ਜੀ ਕੁਰਾਲੀ ਦੀ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਜੀ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਰਹਿੰਦਾ ਟ੍ਰੇਨਿੰਗ ਦਾ, ਹੈ ਨਾ ਜੀ, ਲੋਕ ਜੁੜਦੇ ਰਹਿੰਦੇ ਨੇ ਜੀ। ਤੁਸੀਂ ਨਾ ਜਦੋਂ ਗੱਲ ਸ਼ੁਰੂ ਕੀਤੀ ਉਸੇ ਟਾਈਮ ਇੱਕ ਲਾਈਨ ਕਹੀ ਵੀ ਜਦੋਂ ਤੁਸੀਂ ਪ੍ਰਾਈਵੇਟ ਕੰਮ ਤੇ ਕਿਤੇ ਜਾਂਦੇ ਹੋ ਤਾਂ ਲੋਕੀ ਕੁਛ ਨਾ ਕੁਛ ਘੁੰਡੀਆਂ ਵਿੱਚ ਰੱਖ ਲੈਂਦੇ ਆ, ਤੇ ਤੁਸੀਂ ਆਪਦੀ ਜ਼ੁਬਾਨੀ ਕਹਿ ਰਹੇ ਵੀ ਤੁਸੀਂ 1000 ਲੋਕਾਂ ਨੂੰ ਸਿਖਾਤਾ, ਤੇ ਕਰੀਬ 400-500 ਲੋਕਾਂ ਨੇ ਯੂਨਿਟ ਲਾ ਵੀ ਲਏ ਨੇ। ਬਿਲਕੁਲ ਲਾ ਚੁੱਕੇ ਨੇ ਜੀ। ਤੁਹਾਡੇ ਮਨ 'ਚ ਨਹੀਂ ਕਦੇ ਇਹ ਚੀਜ਼ ਆਉਂਦੀ? ਨਹੀਂ, ਦੇਖੋ ਜੀ, ਮੇਰੇ ਮਨ 'ਚ ਨਹੀਂ ਆਇਆ। ਈਵਨ ਸਾਡੇ ਜਿਹੜੇ ਲੇਬਰ ਵਾਲੇ ਹੁੰਦੇ ਨੇ ਜਾਂ ਮੇਰੇ ਜਿਹੜੇ ਸਾਥੀ ਨੇ, ਉਹ ਮੈਨੂੰ ਵੀ ਸਲਾਹ ਦਿੰਦੇ ਨੇ ਜੀ ਕਿ ਤੁਹਾਨੂੰ ਕੁਛ ਰੱਖਣਾ ਚਾਹੀਦਾ, ਸਾਰਾ ਕੁਝ ਨਹੀਂ ਦੱਸ ਦੇਣਾ ਚਾਹੀਦਾ। ਬਟ ਇਹਦਾ ਇੱਕ ਐਕਸਪੀਰੀਅੰਸ ਹੈ ਜੀ, ਮੈਨੂੰ ਜਦੋਂ ਹੋਇਆ ਸੀ, ਜਦੋਂ ਮੈਂ ਕਿਸੇ ਕੋਲ ਸਿੱਖਣ ਗਿਆ ਸੀ, ਮੈਨੂੰ ਨਹੀਂ ਦੱਸਿਆ ਗਿਆ ਸੀ, ਤੇ ਮੈਂ ਉਦਣ ਹੀ ਇੱਕ ਕਸਮ ਹੀ ਖਾ ਲਈ ਸੀ ਕਿ ਜੋ ਮੇਰੇ ਕੋਲ ਆਊਗਾ ਮੈਂ ਕੁਝ ਨਹੀਂ ਲੁਕਾਊਂਗਾ ਜੀ। ਪਰ ਮਨ 'ਚ ਕਦੇ ਡਰ ਨਹੀਂ ਹੁੰਦਾ ਕਿ ਮੇਰੇ ਕੋਲੋਂ ਹੀ ਸਿੱਖ ਕੇ ਕੋਈ ਮੇਰੇ ਸਿਰ ਤੇ ਚੜ੍ਹ ਕੇ ਨਾ ਬਹਿ ਜਾਏ? ਦੇਖੋ ਜੀ, ਉਹ ਪ੍ਰਮਾਤਮਾ ਦਾ ਹੋਇਆ ਜੀ। ਜੇ ਅੱਜ ਦੀ ਘੜੀ 'ਚ ਜੇ ਮੈਂ ਮਸ਼ਹੂਰ ਹਾਂ ਜਾਂ ਮੇਰਾ ਨਾਂ ਹੈ, ਕੁਦਰਤ ਆਰਗੈਨਿਕ ਫਾਰਮ ਦਾ ਨਾਂ ਹੈ, ਉਹ ਇਸੇ ਕਰਕੇ ਹੈ ਜੀ, ਕਿਉਂਕਿ ਵੰਡਣ ਨਾਲ ਕੁਝ ਨਹੀਂ ਘਟਦਾ ਜੀ, ਵੱਧਦਾ ਹੀ ਹੈ। ਠੀਕ ਹੈ, ਸੋ ਤੁਸੀਂ ਸਾਡੇ ਜਿਹੜੇ ਮਹਾਰਾਜ ਨੇ ਉਹਨਾਂ ਦੀਆਂ ਗੱਲਾਂ ਦੇ ਪੂਰੇ ਪ੍ਰੋਪਰ ਖਰੇ ਉਤਰਦੇ ਹੋ ਵੀ ਜਿੰਨਾ ਰਲ ਮਿਲ ਕੇ ਤੁਸੀਂ ਵੰਡ ਕੇ ਖਾਓਗੇ। ਬਿਲਕੁਲ ਬਿਲਕੁਲ ਜੀ, ਜਿੰਨਾ ਯਾਨੀ ਕਿ ਵਧਾਓਗੇ ਉਹਨਾਂ ਵਧੂਗਾ। ਓਕੇ, ਕੀ ਕਹਿਣਾ ਚਾਹੋਗੇ ਸਾਡੀ ਆਡੀਅנס ਨੂੰ ਤੇ ਉਸ ਯੂਥ ਨੂੰ? ਅੱਛਾ, ਮੈਨੂੰ ਇੱਕ ਚੀਜ਼ ਹੋਰ ਤੁਹਾਡੇ ਨਾ ਇਹ ਪ੍ਰੋਡਕਟ 'ਚੋਂ ਵਧੀਆ ਲੱਗੀ ਕਿ ਜਿੱਦਾਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਨੇ, ਹੈ ਨਾ, ਪੇਰੈਂਟਸ, ਕਈ ਵਾਰੀ ਗ੍ਰੈਂਡ ਪੇਰੈਂਟਸ ਹੁੰਦੇ ਆ, ਉਹਨਾਂ ਨੂੰ ਟਿਕਾਈ ਨਹੀਂ ਹੁੰਦੀ, ਉਹ ਘਰ 'ਚ ਟਿਕ ਕੇ ਨਹੀਂ ਬਹਿ ਸਕਦੇ ਹੈਗੇ, ਕੰਮ ਕਰਨਾ ਹੈ। ਕਈ ਵਾਰੀ ਮੈਂ ਦੇਖਿਆ ਕਈ ਲੋਕ ਰਿਟਾਇਰ ਵੀ ਹੁੰਦੇ ਨੇ, ਉਸ ਦੇ ਬਾਅਦ ਵੀ ਉਹ ਕੰਮ ਕਰਦੇ ਨੇ, ਤਾਂ ਉਹਨਾਂ ਵਾਸਤੇ ਠੀਕ ਹੈ? ਬਹੁਤ ਜ਼ਿਆਦਾ ਭੱਜਾ ਨੱਠੀ ਵਾਲਾ ਕੰਮ ਤਾਂ ਨਹੀਂ ਹੈ? ਨਹੀਂ ਜੀ, ਦੇਖੋ ਤੁਸੀਂ ਇਹਨੂੰ ਪਾਰਟ ਟਾਈਮ ਜੌਬ ਦੇ ਤਰੀਕੇ ਨਾਲ ਵੀ ਕਰ ਸਕਦੇ ਹੋ। ਕੋਈ ਤੁਹਾਡੇ ਕਰੰਟ ਜੌਬ ਨੂੰ ਇਹ ਇਫੈਕਟ ਨਹੀਂ ਕਰਦਾ। ਤੁਸੀਂ ਇਸ 'ਚ ਇੰਨਾ ਕੋਈ ਜ਼ਿਆਦਾ ਭੱਜ ਦੌੜ ਨਹੀਂ ਹੈ। ਜਦੋਂ ਤੁਸੀਂ ਬੈੱਡ ਪ੍ਰਪੇਅਰ ਕਰਨੇ ਆ ਜਾਂ ਪਲਟੀ ਕਰਨੀ ਜਾਂ ਖਾਦ ਉਤਾਰਨੀ, ਉਦੋਂ ਹੀ ਕੰਮ ਹੈ ਜੀ। ਉਸ ਤੋਂ ਇਲਾਵਾ ਪਾਣੀ ਲਾਉਣਾ ਤੇ ਆਮ ਬਜ਼ੁਰਗ ਵੀ ਕਰ ਸਕਦੇ ਆ, ਤੇ ਘਰ ਦੇ ਲੇਡੀਜ਼ ਵੀ ਕਰ ਸਕਦੇ ਆ ਜੀ। ਜੀ, ਜਿਹੜੇ ਗੰਡੋਏ ਨੇ ਮਿਲਦੇ ਕਿਵੇਂ ਨੇ? ਕਨੈਕਸ਼ਨ ਕਿਵੇਂ ਹੁੰਦਾ ਹੈ? ਗੰਡੋਏ ਦੇਖੋ, ਤੁਸੀਂ ਜੇਕਰ ਛੋਟੇ ਯੂਨਿਟ ਲਾਉਣੇ ਹੋ ਜਾਂ ਵੱਡੇ ਯੂਨਿਟ ਲਾਉਣੇ ਹੋ, ਵੈਸੇ ਸਾਡੇ ਤੋਂ ਪਰਚੇਜ਼ ਕਰ ਸਕਦੇ ਹੋ ਗੰਡੋਆ ਜੀ। ਤੁਸੀਂ ਚਾਹੇ ਸ਼ੇਅਰ ਕਰ ਦਿਓ ਮੇਰਾ ਨੰਬਰ, ਉਹ 'ਚ ਤੁਹਾਨੂੰ ਮਿਲ ਜਾਣਗੇ ਜੀ ਗੰਡੋਏ। ਸਾਡੇ ਕੋਲ ਆਸਟ੍ਰੇਲੀਅਨ ਗੰਡੋਏ ਨੇ ਜੀ। ਠੀਕ ਹੈ, ਹਾਂਜੀ। ਤੇ ਜਿਹੜੇ ਯੂਥ ਸਾਡਾ ਮਾਯੂਸ ਹੋ ਜਾਂਦਾ ਕਈ ਵਾਰੀ, ਜਾਂ ਫਿਰ ਕਈ ਵਾਰੀ ਕੀ ਹੁੰਦਾ ਕਿ ਬਾਹਰ ਜਾਣ ਨੂੰ ਚਾਹਵਨ ਤਾਂ ਅਸੀਂ ਹੈਗੇ ਆ, ਲੇਕਿਨ ਸਾਡੇ ਕੋਲ ਉਹਨਾਂ ਬਜਟ ਨਹੀਂ ਹੈ, ਤਾਂ ਉਹਨਾਂ ਨੂੰ ਕੀ ਮੈਸੇਜ ਦੋਗੇ? ਉਸ ਤੋਂ ਇਲਾਵਾ ਹੋਰ ਜਿਹੜੀ ਸਾਡੀ ਆਡੀਅנס ਹੈ, ਜਿਹੜੇ ਤੁਹਾਡੇ ਇਸ ਕੰਮ ਨੂੰ ਲੈ ਕੇ ਬਹੁਤ ਪ੍ਰੇਰਿਤ ਹੋ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਗੱਲ ਹੈਗੀ ਹੈ ਯੂਥ ਦੀ, ਤੇ ਯੂਥ ਮਿਹਨਤ ਕਰੇ। ਮੈਂ ਨਹੀਂ ਕਹਿੰਦਾ ਕਿ ਵਰਮੀ ਕੰਪੋਸਟ ਵਿੱਚ ਹੀ,
ਕਿਸੇ ਵੀ ਕੰਮ ਤੇ ਦੇਖੋ ਹੁਣ ਹੋਣ ਲੱਗ ਗਿਆ ਕਿ ਫੋਰਨ ਤੋਂ ਮੁੜ ਕੇ ਆ ਕੇ ਪੰਜਾਬ 'ਚ ਲੋਕਾਂ ਨੇ ਖੇਤੀਬਾੜੀ ਸ਼ੁਰੂ ਕਰ ਲਈ ਹੈ। ਬਹੁਤ ਤਕੜੇ ਫਾਰਮ ਖੋਲ੍ਹੇ ਨੇ, ਗਾਵਾਂ ਮੱਝਾਂ ਦੇ ਖੋਲ੍ਹੇ ਨੇ, ਹਨਾ ਜੀ, ਆਰਗੈਨਿਕ ਸਬਜ਼ੀਆਂ ਦੇ ਖੋਲ੍ਹੇ ਨੇ, ਤੇ ਉਹ ਬਹੁਤ ਅੱਛੀ ਇਨਕਮ ਜਨਰੇਟ ਕਰਦੇ ਆ। ਜੇ ਹੁਣ ਦੇਖੋ ਮੈਂ ਇੱਥੇ ਹੀ ਲੱਖ 1.5 ਲੱਖ ਰੁਪਏ ਮਹੀਨਾ ਕਮਾ ਲਾਂ ਤੇ ਮੈਨੂੰ ਫਿਰ ਬਾਹਰ ਜਾਣ ਦੀ ਕੀ ਲੋੜ ਹੈ? ਨਾਲੇ ਹਨਾ ਜੀ, ਪਰਿਵਾਰ ਦੇ ਨਾਲ ਜੁੜੇ ਹੋਏ ਹੋ ਤੁਸੀਂ, ਦੁੱਖ ਸੁੱਖ 'ਚ ਸਾਂਝੀ ਹੋ, ਹਨਾ ਜੀ। ਆਪਣੀ ਮੇਰਾ ਮੇਨ ਇਹ ਵੀ ਹੈ ਜੀ ਕਿ ਤੁਸੀਂ ਆਪਣੀ ਧਰਤੀ ਵਾਸਤੇ ਕਰੋ ਕੁਛ, ਹਨਾ ਜੀ, ਠੀਕ ਹੈ ਜੀ। ਆਰਗੈਨਿਕ ਵੱਲ ਜਾਓ ਆਪਣੀਆਂ, ਜੇ ਤੁਸੀਂ ਕੰਮ ਕਰਦੇ ਹੋ ਆਰਗੈਨਿਕ ਦਾ ਤੇ ਬਿਮਾਰੀਆਂ ਰਹਿਤ ਭੋਜਨ ਮੁਹੱਈਆ ਕਰਾਉਂਦੇ ਹੋ, ਆਪਣੇ ਨੇਸ਼ਨ ਵਾਸਤੇ ਕੰਮ ਕਰ ਰਹੇ ਹੋ, ਆਪਣੇ ਹਨਾ ਜੀ ਆਪਣੇ ਪੰਜਾਬ ਵਾਸਤੇ ਕੰਮ ਕਰ ਰਹੇ ਹੋ, ਤੇ ਇਹ ਤੋਂ ਵਧੀਆ ਕੋਈ ਗੱਲ, ਵਧੀਆ ਹੋਰ ਕੋਈ ਗੱਲ ਹੀ ਨਹੀਂ। ਮਿਹਨਤ ਕਰੋ, ਫਲ ਦੀ ਚਿੰਤਾ ਨਾ ਕਰੋ। ਇਹ ਬਿਜ਼ਨਸ ਨੂੰ ਅੱਗੇ ਵੀ ਲੈ ਕੇ ਜਾਓਗੇ? ਦੇਖੋ ਜੀ, ਮੈਂ ਤਾਂ ਸੋਚ ਲਿਆ, ਹਾਂਜੀ, ਮੈਂ ਕਈ ਇੰਟਰਵਿਊ 'ਚ ਕਿਹਾ ਕਿ ਦੇਖੋ ਜੇ ਅੱਜ ਮੈਂ 50,000 ਦੀ ਨੌਕਰੀ ਕਰਦਾ ਹੁੰਦਾ, ਠੀਕ ਹੈ ਜੀ, ਮੈਂ ਰਿਟਾਇਰ ਹੋ ਗਿਆ, ਠੀਕ ਹੈ, ਪ੍ਰਾਈਵੇਟ ਜੌਬ 'ਚ ਰਿਟਾਇਰਮੈਂਟ ਸਿਕਿਉਰ ਨਹੀਂ ਹੈ ਜੀ, ਠੀਕ ਹੈ ਜੀ, 50,000 ਤੋਂ ਮੈਂ ਛੱਡ ਕੇ ਘਰੇ ਬਹਿ ਜਾਂਦਾ, ਮੇਰਾ ਬੇਟਾ ਚਲੋ ਉਸ ਸਟੇਜ ਤੇ ਆ ਜਾਂਦਾ ਕੰਮ ਕਰਨ ਦੇ ਸਟੇਜ ਤੇ, ਪਰ ਕੀ ਉਹ 1.5 ਲੱਖ ਕਮਾ ਲੈਂਦਾ ਉਸ ਟਾਈਮ? ਨਹੀਂ, ਉਹਨੂੰ ਸ਼ੁਰੂਆਤ ਕਰਨੀ ਪੈਂਦੀ, ਉਹ ਫਰੈਸ਼ਰ ਗਿਣਿਆ ਜਾਂਦਾ ਤੇ ਉਹ 15,000 ਤੋਂ ਸ਼ੁਰੂ ਕਰੂਗਾ, ਠੀਕ ਹੈ ਜੀ। ਬਟ ਜੇ ਹੁਣ ਮੈਂ ਇਹ ਕੰਮ ਛੱਡ ਕੇ ਆਪਣਾ ਕੰਮ ਰਿਟਾਇਰ ਹੋਊਗਾ ਤਾਂ ਨੈਚੁਰਲੀ ਇੱਕ ਸਾਊਂਡ ਇਨਕਮ ਹੋਊਗੀ, ਉਹ ਉੱਥੋਂ ਸ਼ੁਰੂ ਕਰੂਗਾ ਨਾ ਜੀ, ਜਿਹੜੀ ਆਪਾਂ ਰਾਇਲਟੀ ਇਨਕਮ ਕਰਦੇ ਆ, ਉਹ ਉੱਥੋਂ ਸ਼ੁਰੂ ਕਰੂਗਾ। ਜੇ ਸਪੋਜ਼ ਟੂ ਵੀ ਘੱਟੋ ਘੱਟ ਵੀ ਚੱਲੀਏ ਵੀ ਲੱਖ ਰੁਪਏ ਮੈਂ ਛੱਡ ਕੇ ਜਾ ਰਿਹਾ ਤਾਂ ਉੱਥੋਂ ਸ਼ੁਰੂ ਕਰੂਗਾ ਨਾ ਜੀ, 15,000 ਤੋਂ ਜੀ। ਤੇ ਫਿਰ ਮੈਂ ਇਹੀ ਸੋਚਿਆ ਹੋਇਆ, ਮੈਂ ਨਾ ਕੋਈ ਸਰਕਾਰੀ ਨੌਕਰੀ ਕਰਾਉਣੀ ਹੈ ਜੀ, ਨਾ ਪ੍ਰਾਈਵੇਟ। ਇਹਦਾ ਇੱਕ ਹੋਰ ਕਾਰਨ ਵੀ ਹੈ ਜੀ, ਫਾਈਨੈਂਸ ਤਾਂ ਠੀਕ ਹੈ, ਉਸ ਦੇ ਨਾਲ ਤੁਹਾਨੂੰ ਇੱਕ ਮਾਈਂਡਲੀ ਸੈਟੀਸਫੈਕਸ਼ਨ ਮਿਲਦੀ ਹੈ, ਇੱਕ ਦਿਮਾਗੀ ਸਕੂਨ ਮਿਲਦਾ ਹੈ ਕਿ ਤੁਸੀਂ ਦੇਸ਼ ਵਾਸਤੇ ਕੰਮ ਕਰ ਰਹੇ ਹੋ, ਆਪਣੀ ਧਰਤੀ ਵਾਸਤੇ ਕੰਮ ਕਰ ਰਹੇ ਹੋ ਤੇ ਲੋਕਾਂ ਨੂੰ ਸਹੀ ਰਾਹ ਵੱਲ ਜਾ ਰਹੇ ਹੋ, ਜੈਵਿਕ ਖਾਣੇ ਵੱਲ ਜਾ ਰਹੇ ਹੋ ਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ ਸਾਡੇ ਨਾਲ ਜੁੜਨ ਦੇ ਲਈ। ਬਾਕੀ ਜਿਹੜੇ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਜ਼ਰੂਰ ਸ਼ੇਅਰ। ਹਾਂਜੀ, ਮੇਰਾ ਕੰਟੈਕਟ ਨੰਬਰ ਹੈਗਾ ਜੀ 9914251313 ਐਂਡ ਇੱਕ ਹੋਰ ਹੈ ਜੀ 8568085680। ਅੱਛਾ, ਇਹ ਮਾਰਕੀਟਿੰਗ ਕਿਵੇਂ ਹੁੰਦੀ ਹੈ? ਮਹਿਜ਼ ਇਹ ਬਹੁਤ ਜ਼ਿਆਦਾ ਜ਼ਰੂਰੀ ਸਵਾਲ ਹੈ, ਕਿਵੇਂ ਭੇਜਦੇ ਕਿਵੇਂ ਹੋ? ਦੇਖੋ ਜੀ, ਮਾਰਕੀਟਿੰਗ ਜਿੰਨੇ ਵੀ ਮੇਰੇ ਕੋਲੋਂ ਟ੍ਰੇਨਿੰਗ ਲੈਣ ਆਉਂਦੇ ਨੇ ਜੀ, ਉਹ ਸਾਰੇ ਇੱਕੋ ਗੱਲ ਕਰਦੇ ਨੇ ਕਿ ਅਸੀਂ ਖਾਦ ਬਣਾ ਲਾਂਗੇ ਬਟ ਸੇਲ ਕਿੱਥੇ ਕਰਾਂਗੇ। 99% ਦਾ ਇਹੀ ਕੁਐਸਚਨ ਹੁੰਦਾ, ਬਟ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਣਾਓ, ਲੋਕੀ ਆਪ ਹੀ ਲੱਭ ਕੇ ਤੁਹਾਡੇ ਤੋਂ ਖਰੀਦਣਗੇ, ਠੀਕ ਹੈ ਜੀ। ਇੰਨੀ ਡਿਮਾਂਡ ਹੈ ਆਉਣ ਵਾਲੇ ਟਾਈਮ 'ਚ, ਕਿਉਂਕਿ ਕੋਵਿਡ ਤੋਂ ਬਾਅਦ 50% ਕੰਮ ਵਧਿਆ ਹੈ ਇਸ ਚੀਜ਼ ਦਾ। ਲੋਕ ਆਰਗੈਨਿਕ ਜੈਵਿਕ ਖਾਦ ਵੱਲ ਚੱਲ ਗਏ ਨੇ, ਹਾਂਜੀ, ਖਾਣੇ ਵੱਲ ਜੈਵਿਕ, ਕਿਉਂਕਿ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਜਾਣਾ ਹੀ ਪਊਗਾ। ਓਕੇ, ਤੇ ਤੁਹਾਡਾ ਇੱਥੇ ਲੋਕਲ ਏਰੀਆ 'ਚ ਪ੍ਰੋਪਰ ਚੱਲਦਾ ਹੈ? ਹਾਂਜੀ, ਮੇਰਾ ਦੇਖੋ ਚੰਡੀਗੜ੍ਹ, ਮੋਹਾਲੀ ਤੇ ਖਰੜ ਵਿੱਚ ਮੇਰਾ ਕੰਮ ਬਹੁਤ ਵਧੀਆ ਹੈ ਤੇ ਲੋਕ ਜੁੜੇ ਹੋਏ ਨੇ ਤੇ ਉਹ 5-5 ਸਾਲਾਂ ਤੋਂ ਜੁੜੇ ਹੋਏ ਨੇ ਜੀ, ਮੰਗਾਉਂਦੇ ਨੇ, ਕਿਉਂਕਿ ਕੁਆਲਿਟੀ ਦਊਂਗੇ ਤੇ ਕੁਆਂਟੀਟੀ ਦਊਂਗੇ, ਪੈਸੇ ਦੇਣ ਵਾਸਤੇ ਤਿਆਰ ਨੇ ਜੀ ਇੱਥੇ। ਹਾਂ, ਠੀਕ ਹੈ, ਕਿਉਂਕਿ ਸਿਹਤ ਤੋਂ ਉੱਪਰ ਕੁਝ ਨਹੀਂ ਹੈ ਨਾ। ਹਾਂਜੀ, ਤੇ ਮਾਰਕੀਟਿੰਗ ਦੀ ਗੱਲ ਕਰੀਏ ਤਾਂ ਇਹ ਦੇਖੋ ਜੀ, ਸੇਲ ਪਹਿਲਾਂ ਤਾਂ ਤੁਸੀਂ ਆਪਣੇ ਏਰੀਆ 'ਚ ਸੇਲ ਕਰੋ, ਆਰਾਮ ਨਾਲ ਸੇਲ ਹੋ ਜਾਂਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਨਰਸਰੀਆਂ ਹੈਗੀਆਂ ਨੇ ਜੀ, ਆਰਗੈਨਿਕ ਫਾਰਮ ਹੈਗੇ ਨੇ, ਬਾਗਾਂ ਵਾਲੇ ਕਿਸਾਨ ਹੋ ਗਏ ਜਿਨ੍ਹਾਂ ਨੇ ਔਰਚਿਡ ਲਾਏ ਹੋਏ ਨੇ ਜੀ, ਉਹ ਚਾਹੇ ਅਮਰੂਦ ਦਾ, ਸੰਤਰੇ ਦਾ, ਹਨਾ ਜੀ, ਬੈਲਟਾਂ ਨੇ, ਉਹ ਇਹ ਖਰੀਦ ਲੈਣੇ ਨੇ ਤੁਹਾਡੇ ਕੋਲੋਂ। ਓਕੇ, ਈਜ਼ੀਲੀ ਤੁਹਾਡਾ ਵੀ ਜਾਂਦਾ ਹੈ, ਕੋਈ ਉਹ 'ਚ ਵੀ ਘਬਰਾਉਣ ਦੀ ਜ਼ਰੂਤ ਨਹੀਂ ਹੈ। ਥੈਂਕ ਯੂ ਬਾਈ ਜੀ ਸਾਡੇ ਨਾਲ ਜੁੜਨ ਦੇ ਲਈ, ਸ਼ੁਕਰੀਆ ਜੀ, ਜਿਵੇਂ 'ਚ ਸਮਾਂ ਦੇ ਲਈ ਧੰਨਵਾਦ ਜੀ, ਧੰਨਵਾਦ ਜੀ, ਥੈਂਕ ਯੂ ਜੀ। ਸੋ ਅੱਜ ਬਾਈ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਔਰ ਇਹ ਬਹੁਤ ਅੱਛਾ ਕਨਸੈਪਟ ਹੈ। ਜੇਕਰ ਤੁਸੀਂ ਵੀ ਇਸ ਕਨਸੈਪਟ ਦਾ ਹਿੱਸਾ ਬਣਨਾ ਚਾਹੁੰਦੇ ਹੋ, ਜੁੜਨਾ ਚਾਹੁੰਦੇ ਹੋ ਤਾਂ ਨੰਬਰ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ, ਬਾਕੀ ਅਸੀਂ ਇੱਕ ਵਾਰੀ ਫਿਰ ਤੋਂ ਨੰਬਰ ਫਲੈਸ਼ ਕਰ ਦਿੰਦੇ ਹਾਂ, ਤੁਸੀਂ ਜੁੜ ਸਕਦੇ ਹੋ। ਔਰ ਹੋਰ ਇਦਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਇਸ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ, ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।